ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਕਾ ਖਾਲਸਾ ਵਾਹ ਹੈ, ਗੁਰੂ ਜੀ ਦੀ ਫਤਿਹ ਵੀ ਵਾਹ ਹੈ। ਵਾਹ ਦਾ ਮਤਲਬ ਹੈ ਧੰਨ ਹੈ, ਉੱਤਮ ਹੈ, ਸ੍ਰੇਸ਼ਟ ਹੈ, ਵਧੀਆ ਹੈ। ਪਿਆਰੇ ਦਰਸ਼ਕੋ, ਸੂਰਜ ਪ੍ਰਕਾਸ਼ ਕ੍ਰਿਤ ਕਵੀ ਸੰਤੋਖ ਸਿੰਘ ਗ੍ਰੰਥ ਵਿੱਚ ਜੋ ਮਨਮਤੀ ਕਹਾਣੀਆਂ, ਬ੍ਰਾਹਮਣਵਾਦੀ ਕਹਾਣੀਆਂ ਗੁਰੂ ਪਾਤਸ਼ਾਹ ਨਾਲ ਜੋੜੀਆਂ ਗਈਆਂ, ਉਹਨਾਂ ਬਾਰੇ ਵਿਚਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਉੱਤੇ। ਕਿਉਂਕਿ ਇਸ ਗ੍ਰੰਥ ਦੀ ਕਥਾ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਕੀਤੀ ਜਾ ਰਹੀ ਹੈ ਤੇ ਕਥਾਵਾਚਕ ਕਦੀ ਵੀ ਮਨਮਤਾਂ ਦਾ ਜ਼ਿਕਰ ਨਹੀਂ ਕਰਦੇ ਕਿ ਇਹ ਇੱਥੇ ਗੁਰਮਤਿ ਅਨੁਸਾਰ ਗੱਲਾਂ ਨਹੀਂ ਹਨ, ਉਹ ਸਕਿਪ ਕਰ ਜਾਂਦੇ ਹਨ। ਸਕਿਪ ਕਰਨ ਦਾ ਮਤਲਬ ਬਹੁਤਾ ਤਾਂ ਉਹਨਾਂ ਨੂੰ ਪਤਾ ਹੋਵੇਗਾ, ਪਰ ਫਿਰ ਵੀ ਅੰਦਾਜ਼ਾ ਇਹ ਹੈ ਕਿ ਉਹ ਆਪਣੇ ਹਲਵੇ ਮੰਡੇ ਚੱਲਦੇ ਰੱਖਣ ਵਾਸਤੇ ਉਹ ਗੱਲਾਂ ਸਟੇਜ 'ਤੇ ਨਹੀਂ ਕਰਦੇ ਜਿਹੜੀਆਂ ਸੰਗਤ ਨੂੰ ਚੰਗੀਆਂ ਨਾ ਲੱਗਣ। ਸੋ ਮਨਮਤਾਂ ਨੂੰ ਅਵੋਇਡ ਕਰ ਜਾਂਦੇ ਹਨ, ਜਦੋਂ ਕਿ ਦੱਸਣਾ ਚਾਹੀਦਾ ਹੈ ਕਿ ਇਹ ਮਨਮਤ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਇਹ ਗੱਲ ਟੁੱਕਦੀ ਨਹੀਂ, ਕਹਾਣੀ ਟੁੱਕਦੀ ਨਹੀਂ। ਤਾਂ ਪਿਆਰਿਓ, ਕਵੀ ਸੰਤੋਖ ਸਿੰਘ ਦੇ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕੀਤੀ ਸੀ ਕਿ ਭਾਈ ਦੇਵਾ ਸਿੰਘ ਇਹਨਾਂ ਦੇ ਪਿਤਾ ਦਾ ਨਾਂ ਸੀ। ਬੂੜੀਆ, ਜ਼ਿਲ੍ਹਾ ਅੰਬਾਲਾ ਨਿਵਾਸੀ ਇਹ ਸਤਸੰਗੀ ਪੁਰਖ ਸਨ ਅਤੇ ਸੰਤ ਕਰਮ ਸਿੰਘ ਨਿਰਮਲੇ ਤੋਂ ਇਹਨਾਂ ਨੇ ਸੰਗਤ ਕਰਕੇ ਵਿਦਾਂਤ, ਵੇਦ ਸ਼ਾਸਤਰ ਆਦਿਕ ਹਿੰਦੂ ਮਤ ਦੇ ਪੁਸਤਕ ਪੜ੍ਹੇ ਅਤੇ ਗੁਰਬਾਣੀ ਵੀ ਪੜ੍ਹੀ ਅਤੇ ਗਿਆਤਾ ਹੋਏ। ਸੋ ਵਿਦਿਆ ਦੀ ਰੁਚੀ ਪ੍ਰੇਰਕ ਇਹਨਾਂ ਨੂੰ ਅੰਮ੍ਰਿਤਸਰ ਲੈ ਆਈ ਅਤੇ ਉੱਥੇ ਹੀ ਭਾਈ ਸੰਤੋਖ ਸਿੰਘ ਦਾ ਜਨਮ ਹੋਇਆ ਸੰਮਤ 1845 ਵਿੱਚ। ਸੰਮਤ 1845 ਵਿੱਚ ਜਨਮ ਹੋਇਆ। ਸੋ ਫਿਰ ਕਵੀ ਸੰਤੋਖ ਸਿੰਘ ਨੇ ਅੰਮ੍ਰਿਤਸਰ ਜੀ ਦੇ ਪ੍ਰਸਿੱਧ ਗਿਆਨੀ ਸੰਤ ਸਿੰਘ ਨਿਰਮਲੇ ਤੋਂ ਹੀ ਕਾਵਿਆ ਵਿਦਿਆ ਪੜ੍ਹੀ। ਭਾਈ ਸੰਤੋਖ ਸਿੰਘ ਜੀ ਕਾਵਿਆ ਦੇ ਪੂਰਨ ਪੰਡਤ ਅਤੇ ਕਵਿਤਾ ਰਚਣ ਦੀ ਅਲੌਕਿਕ ਸ਼ਕਤੀ ਰੱਖਦੇ ਸਨ। ਜਿਵੇਂ ਮਹਾਨ ਕੋਸ਼ ਵਿੱਚ ਲਿਖਿਆ ਹੈ, ਤਾਂ ਆਪ ਨੇ ਫਿਰ ਬੂੜੀਏ ਵਿੱਚ ਰਹਿ ਕੇ ਅਮਰਕੋਸ਼ ਹਿੰਦੂ ਮਤ ਦਾ ਗ੍ਰੰਥ ਹੈ, ਇਹਦਾ ਉਲੱਥਾ ਕੀਤਾ। ਗੁਰੂ ਨਾਨਕ ਪ੍ਰਕਾਸ਼ ਰਚਿਆ ਅਤੇ ਮਹਾਰਾਜਾ ਕਰਮ ਸਿੰਘ ਜੀ ਪਾਸ ਪਟਿਆਲੇ ਜਾ ਕੇ ਨੌਕਰ ਹੋ ਗਏ। ਉੱਥੋਂ ਫਿਰ ਸੰਮਤ 1882 ਵਿੱਚ ਕੈਥਲ ਦਾ ਰਾਜਾ ਭਾਈ ਉਦੈ ਸਿੰਘ ਇਹਨਾਂ ਨੂੰ ਆਪਣੇ ਕੋਲ ਮੰਗ ਕੇ ਉੱਥੋਂ ਲੈ ਆਇਆ। ਮਹਾਰਾਜਾ ਕਰਮ ਸਿੰਘ ਪਟਿਆਲੇ ਕੋਲੋਂ ਮੰਗ ਕੇ ਲਿਆ ਵੀ ਮੈਨੂੰ ਦੇ ਦਿਓ ਇਹ, ਅਤੇ ਬੜੇ ਸਨਮਾਨ ਨਾਲ ਆਪਣੇ ਪਾਸ ਰੱਖਿਆ ਕੈਥਲ ਵਿੱਚ। ਤਾਂ ਭਾਈ ਉਦੈ ਸਿੰਘ ਜਿਹੜੇ ਰਾਜਾ ਸਨ ਕੈਥਲ ਦੇ, ਉਹਨਾਂ ਦੇ ਕੋਲ ਬਹੁਤ ਸਾਰੇ ਨੌਕਰ ਸਨ ਪੰਡਿਤ ਸ਼੍ਰੇਣੀ ਦੇ। ਉਦੈ ਸਿੰਘ ਜੀ ਦੇ ਨੌਕਰ ਪੰਡਤਾਂ ਦੀ ਸਹਾਇਤਾ ਨਾਲ ਫਿਰ ਕਵੀ ਜੀ ਨੇ ਬਹੁਤ ਸਾਰੇ ਪੁਸਤਕ ਹਿੰਦੀ ਮਿਲੀ ਪੰਜਾਬੀ ਭਾਸ਼ਾ ਵਿੱਚ ਵੀ ਲਿਖ ਮਾਰੇ। ਅਤੇ ਸੂਰਜ ਪ੍ਰਕਾਸ਼ ਵੀ ਉੱਥੇ ਬੈਠ ਕੇ ਲਿਖਿਆ ਪੰਡਤਾਂ ਦੀ ਸੰਗਤ ਵਿੱਚ, ਅਤੇ ਸੰਮਤ 1900 ਦੇ ਅੰਤ ਵਿੱਚ ਇਹ ਸਮਾਪਤ ਹੋਇਆ ਸੀ। ਅਤੇ ਇਸੇ ਸਾਲ ਭਾਈ ਸੰਤੋਖ ਸਿੰਘ ਕੈਥਲ ਦੇ ਵਿੱਚ ਹੀ ਉਹ ਚਲਾਣਾ ਕਰ ਗਏ ਸਨ। ਤੋ ਇਹਨਾਂ ਬਾਰੇ ਆਪਾਂ ਹੋਰ ਵੀ ਬੜਾ ਪੜ੍ਹਿਆ ਕਿ
ਕਿਵੇਂ ਪੰਡਤ ਇਹਨਾਂ ਨੂੰ ਪ੍ਰੇਰਦੇ ਸਨ ਕਿ ਤੁਸੀਂ ਇੱਦਾਂ ਲਿਖੋ, ਸ਼ਾਸਤਰਾਂ ਮੁਤਾਬਕ ਲਿਖੋ, ਪੁਰਾਣਾ ਮੁਤਾਬਕ ਲਿਖੋ ਅਤੇ ਅਵਤਾਰ ਬਣਾ ਕੇ ਲਿਖੋ, ਤਾਂ ਫਿਰ ਤੁਹਾਡੀ ਰਚਨਾ ਜਿਹੜੀ ਆ ਉਹ ਸਾਰੇ ਪੜ੍ਹਨਗੇ। ਤਾਂ ਉਹਨਾਂ ਦੇ ਚੁੰਗਲ ਵਿੱਚ ਫਸ ਕੇ ਇਹਨਾਂ ਨੇ ਮਨਮਤਾਂ ਵਿੱਚ ਵਾੜੀਆਂ ਇਸ ਗ੍ਰੰਥ 'ਤੇ। ਤਾਂ ਅੱਜ ਵਿਚਾਰ ਕਰਦੇ ਹਾਂ ਰਾਸ਼ੀ ਪਹਿਲੀ, ਕਿਉਂਕਿ 12 ਰਾਸ਼ੀਆਂ ਵਿੱਚ ਵੰਡਿਆ ਹੋਇਆ ਸੂਰਜ ਪ੍ਰਕਾਸ਼, ਅਤੇ ਪਹਿਲੀ ਰਾਸ਼ੀ ਜਿਹੜੀ ਹੈ ਇਹਦਾ ਅੰਸ਼ੂ 45 ਹੈ। ਕਾਂਡ ਕਹਿ ਲਓ, ਅੰਸ਼ੂ ਨੂੰ ਕਾਂਡ 45ਵਾਂ ਹੈ। ਇਹਦੇ ਵਿੱਚ ਬਹੁਤ ਸਾਰੇ ਗਾਂ ਫਿਰ ਬੰਦ ਹਨ ਜਾਂ ਛੰਦ ਹਨ। ਤਾਂ ਇਹ ਜੋ ਕਾਂਡ ਹੈ ਪਹਿਲੀ ਰਾਸ਼ੀ ਦਾ ਅੰਸ਼ੂ 45, ਇਹਦੇ ਬਾਰੇ ਦੇਖਦੇ ਹਾਂ। ਇਹ ਹੈ ਸੂਰਜ ਪ੍ਰਕਾਸ਼ ਗ੍ਰੰਥ ਦਾ PDF, ਰਾਸ਼ੀ ਪਹਿਲੀ ਹੈ। ਤੇ ਇੱਥੇ ਲਿਖਿਆ ਹੋਇਆ ਰਾਸ਼ੀ ਦੇ ਸ਼ੁਰੂ ਵਿੱਚ ਸਤਿਗੁਰੂ ਜੀ ਦਾ ਤੀਰਥ ਪਵਿੱਤਰ ਕਰਨ ਜਾਣਾ, ਇਹਦਾ ਹੈਡਿੰਗ ਲਿਖਿਆ 45 ਨੰਬਰ। ਇਹ ਅੰਸ਼ੂ ਹੈ, ਰਾਸ਼ੀ ਪਹਿਲੀ ਹੈ। ਉੱਪਰ ਲਿਖਿਆ ਹੈ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸ਼ੀ ਪਹਿਲੀ। ਇਹ ਤੀਰਥਾਂ ਵੱਲ ਜਾਣ ਦੀ ਇਹਦੇ ਵਿੱਚ ਕਹਾਣੀ ਲਿਖੀ ਹੋਈ ਹੈ ਕਿ ਕਿਸ ਤਰ੍ਹਾਂ ਤੀਰਥਾਂ ਉੱਤੇ ਜਾ ਕੇ ਕਵੀ ਸੰਤੋਖ ਸਿੰਘ ਨੇ ਤੀਰਥਾਂ ਦੀ ਇਹਨਾਂ ਤੋਂ ਤੀਸਰੇ ਪਾਤਸ਼ਾਹ ਕੋਲ ਮਹਿਮਾ ਕਰਵਾਈ ਹੈ। ਅਤੇ ਉੱਥੇ ਇਸ਼ਨਾਨ ਵੀ ਕਰਵਾਇਆ, ਸੰਗਤਾਂ ਨੂੰ ਵੀ ਕਰਵਾਇਆ, ਅਤੇ ਗੁਰੂ ਪਾਤਸ਼ਾਹ ਦਾ ਵੀ ਉੱਥੇ ਜਾ ਕੇ ਇਸ਼ਨਾਨ ਕਰਵਾਇਆ। ਅਤੇ ਇਸ ਤਰ੍ਹਾਂ ਇਹ ਅੰਸ਼ੂ ਜਿਹੜਾ ਹੈ, ਇਸ ਤਰ੍ਹਾਂ ਲੰਬੀ ਕਹਾਣੀ ਹੈ ਇਹਦੀ। ਇਹਦੇ ਵਿੱਚ ਮੰਕਣ ਮੁਨੀ ਜਿਹੜਾ ਹੈ ਉਹਦੀ ਗੱਲ ਵੀ ਆਉਂਦੀ ਹੈ। ਤੀਰਥਾਂ ਦੀ ਮਹਿਮਾ ਕਰਨ ਲੱਗਿਆਂ ਕਵੀ ਨੇ ਗੁਰੂ ਜੀ ਕੋਲੋਂ ਮੰਕਣ ਮੁਨੀ ਦੀ ਕਹਾਣੀ ਵੀ ਸੁਣਵਾਈ ਸੰਗਤਾਂ ਨੂੰ, ਵੀ ਇਹ ਤਾਂ ਤੀਰਥ ਮਸ਼ਹੂਰ ਹੈ। ਇਹਦੇ ਬਾਰੇ ਸੰਖੇਪ ਆਪਾਂ ਫਿਰ ਵਿਚਾਰ ਕਰਦੇ ਹਾਂ। ਇਹ ਹੈ ਗੁਰੂ ਜੀ ਸੰਗਤ ਨਾਲ ਤੀਰਥ ਯਾਤਰਾ ਲਈ ਗਏ ਤਾਂ ਪਹੋਏ ਪਹੁੰਚ ਕੇ ਸੰਗਤਾਂ ਨੇ ਗੁਰੂ ਜੀ ਤੋਂ ਸਰਸਵਤੀ ਨਦੀ ਬਾਰੇ ਪੁੱਛਿਆ। ਕਵੀ ਨੇ ਇੱਦਾਂ ਲਿਖਿਆ ਵੀ ਸੰਗਤਾਂ ਨੇ ਗੁਰੂ ਜੀ ਨੂੰ ਕਿਹਾ ਕਿ ਸਰਸਵਤੀ ਨਦੀ ਜਿਹੜੀ ਹੈ ਇਹਦੀ ਮਹਾਨਤਾ ਕੀ ਆ। ਕਵੀ ਕਹਿੰਦਾ ਹੈ ਕਿ ਗੁਰੂ ਜੀ ਨੇ ਮੰਕਣ ਮੁਨੀ ਦੀ ਲੰਬੀ ਚੌੜੀ ਕਹਾਣੀ ਫਿਰ ਸਿੱਖਾਂ ਨੂੰ ਸੁਣਾਈ। ਅਤੇ ਜਿਹੜਾ ਆਪਾਂ ਸੂਰਜ ਪ੍ਰਕਾਸ਼ ਵਿੱਚ ਹੁਣੇ ਦੇਖ ਕੇ ਆਏ ਹਾਂ, ਉਹ ਲੰਬੀ ਚੌੜੀ ਕਹਾਣੀ ਹੈ ਮੰਕਣ ਮੁਨੀ ਦੀ, ਵੀ ਇੱਥੇ ਬਹੁਤ ਸਾਰੇ ਰਿਸ਼ੀ ਮੁਨੀ ਆ ਕੇ ਤਪ ਕਰਦੇ ਰਹੇ ਆ, ਅਤੇ ਉਹਨਾਂ ਵਿੱਚੋਂ ਇੱਕ ਮੰਕਣ ਮੁਨੀ ਦੀ ਕਹਾਣੀ ਜਿਹੜੀ ਆ ਉਹ ਗੁਰੂ ਜੀ ਤੋਂ ਕਹਾਈ ਗਈ। ਅਤੇ ਇਹਦੇ ਵਾਸਤੇ ਜਿਹੜਾ ਰੈਫਰੈਂਸ ਮੰਕਣ ਮੁਨੀ ਦਾ ਇਹ ਇੱਦਾਂ ਇੱਥੇ ਮਿਲਦਾ। ਸਭ ਕੀ ਕਥਾ ਕਹਾਂ ਲਗ ਕਹਿ, ਬਹੁਤ ਸਾਰੇ ਰਿਸ਼ੀ ਮੁਨੀ ਇੱਥੇ ਰਹਿੰਦੇ ਰਹੇ ਆ, ਪਰ ਕਹਿੰਦੇ ਗੁਰੂ ਜੀ ਕਹਿਣ ਲੱਗੇ ਸਾਰਿਆਂ ਦੀ ਕਥਾ ਕੀ ਕਰਨੀ ਆ। ਸੁਣੀਏ ਇੱਕ ਮੁਨੀ ਕੀ ਜਿਮ ਇਹ ਪਹੋਏ ਤੇ ਤ੍ਰੈ ਕੋਸ਼, ਇੱਕ ਮੰਕਣ ਮੁਨੀ ਹੁਤੋ ਅਦੋਸ਼। ਇਹ ਮੰਕਣ ਮੁਨੀ ਦੀ ਗੱਲ 28ਵੇਂ ਬੰਦ ਵਿੱਚ ਕੀਤੀ ਹੈ। ਰਾਸ਼ੀ ਪਹਿਲੀ ਦਾ 45ਵਾਂ ਅੰਸ਼ੂ, ਉਹਦਾ 28ਵਾਂ ਇਹ ਬੰਦ ਹੈ। ਇੱਥੇ ਮੰਕਣ ਮੁਨੀ ਦੀ ਗੱਲ ਕੀਤੀ ਕਰਕੇ ਇੱਕ ਰੈਫਰੈਂਸ ਦਿੱਤਾ ਹੈ ਕਿ ਮੰਕਣ ਮੁਨੀ ਦਾ ਨਾਮ ਆਉਂਦਾ। ਕਵੀ ਜੀ ਨੇ ਗੁਰੂ ਜੀ ਪਾਸੋਂ ਸਰਸਵਤੀ ਨਦੀ ਦੀ ਮਹਾਨਤਾ ਕਰਵਾਉਂਦਿਆਂ ਮੰਕਣ ਮੁਨੀ ਦੀ ਇੱਥੇ ਤਪ ਕਰਨ ਅਤੇ ਤਪ ਕਰਨ ਤੋਂ ਬਾਅਦ ਆਪਣੀ ਉਂਗਲੀ ਚੀਰ ਕੇ
ਖੂਨ ਦੀ ਜਗ੍ਹਾ ਕੋਈ ਹਰੇ ਰੰਗ ਦਾ ਤਰਲ ਪਦਾਰਥ ਕੱਢਣ ਦੀ ਮਨ ਘੜਤ ਕਹਾਣੀ ਸਿੱਖਾਂ ਨੂੰ ਸੁਣਵਾਈ, ਗੁਰੂ ਜੀ ਰਾਹੀਂ ਸੁਣਵਾਈ ਆ ਇਸ ਕਵੀ ਨੇ, ਸੰਤੋਖ ਸਿੰਘ ਨੇ। ਉਂਗਲੀ ਚੀਰ ਲਈ ਮਾਂਕੜ ਮੁਨੀ ਨੇ, ਵਿੱਚੋਂ ਖੂਨ ਨਹੀਂ ਨਿਕਲਿਆ, ਵਿੱਚੋਂ ਹਰੇ ਰੰਗ ਦਾ ਪਦਾਰਥ, ਤਰਲ ਪਦਾਰਥ ਨਿਕਲਿਆ। ਇਹ ਦੇਖ ਕੇ ਫਿਰ ਕਵੀ ਅੱਗੇ ਕਹਾਣੀ ਗੁਰੂ ਜੀ ਕੋਲੋਂ ਸੁਣਾਉਂਦਾ, ਕਹਿੰਦਾ ਹੈ ਉਹ ਰਿਸ਼ੀ ਨੱਚਣ ਲੱਗ ਪਿਆ ਤੇ ਰਿਸ਼ੀ ਦੇ ਨੱਚਣ ਨਾਲ ਸਾਰਾ ਸੰਸਾਰ ਵੀ ਨੱਚਣ ਲੱਗ ਪਿਆ, ਸਾਰਾ ਸੰਸਾਰ ਵੀ ਨੱਚਣ ਲੱਗ ਪਿਆ। ਦੇਵਤਿਆਂ ਦੀ ਬੇਨਤੀ ਤੇ ਸ਼ਿਵ ਜੀ ਫਿਰ ਉੱਥੇ ਆਏ। ਦੇਵਤੇ ਇਕੱਠੇ ਹੋ ਕੇ ਸ਼ਿਵ ਜੀ ਕੋਲ ਚਲੇ ਗਏ। ਕਹਿੰਦਾ ਵੀ ਉੱਥੇ ਇਹ ਕਹਾਣੀ, ਕਿਉਂਕਿ ਕਵੀ ਨੇ ਘੜੀ ਆ ਤੇ ਸੁਣਵਾਈ ਇਹ ਗੁਰੂ ਜੀ ਰਾਹੀਂ ਆ, ਗੁਰੂ ਜੀ ਨੇ ਮੋਹਰੇ ਕਰਤਾ ਵੀ ਗੁਰੂ ਜੀ ਇਹ ਸੁਣਾ ਰਿਹਾ ਸੰਗਤਾਂ ਨੂੰ, ਤੀਸਰੇ ਪਾਤਸ਼ਾਹ, ਪਰ ਇਹ ਘੜੀ ਵੀ ਕਵੀ ਦੀ ਆ। ਤੇ ਦੇਵਤੇ ਬੇਨਤੀ ਕਰਨ ਗਏ ਵੀ ਇਹ ਤਾਂ ਕਮਾਲ ਕਰਤੀ, ਬੜਾ ਤਪ ਕੀਤਾ ਇਹਨੇ, ਸਾਰੀ ਦੁਨੀਆ ਨਚਾਉਣ ਲੱਗ ਪਿਆ ਏ। ਤਾਂ ਸ਼ਿਵ ਜੀ ਕਹਿੰਦੇ ਉੱਥੇ ਫਿਰ ਆਏ, ਸ਼ਿਵ ਜੀ ਉੱਥੇ ਆਏ ਤੇ ਉਹਨਾਂ ਨੇ ਆਪਣੀ ਉਂਗਲੀ ਚੀਰ ਕੇ ਵਿੱਚੋਂ ਕੀ ਕੱਢਿਆ, ਭਸਮ ਕੱਢ ਦਿੱਤੀ। ਉਂਗਲੀ ਚੀਰ ਕੇ ਵਿੱਚੋਂ ਸੁਆਹ ਕੱਢਤੀ, ਭਸਮ ਕੱਢ ਦਿੱਤੀ, ਖੂਨ ਵੀ ਨਹੀਂ ਨਿਕਲਿਆ। ਤੇ ਇਹਦਾ ਮਤਲਬ ਸੀ ਸ਼ਿਵ ਜੀ ਨੇ ਕਿਹਾ ਕਿ ਤੇਰਾ ਤਪ ਜਿਹੜਾ ਕਿਸੇ ਕੰਮ ਦਾ ਨਹੀਂ, ਤਪ ਜਿਹੜਾ ਹੁੰਦਾ ਆ ਬੰਦੇ ਦੇ ਅੰਦਰੋਂ ਭਸਮ ਨਿਕਲੇ, ਸਰੀਰ ਵਿੱਚੋਂ ਸੁਆਹ ਨਿਕਲੇ, ਭਸਮ ਨਿਕਲੇ, ਵਿਭੂਤੀ ਨਿਕਲੇ, ਖੂਨ ਨਾ ਨਿਕਲੇ। ਇਹ ਸੁਣ ਕੇ, ਇਹ ਦੇਖ ਕੇ ਤਾਂ ਜਿਹੜਾ ਮਾਂਕੜ ਮੁਨੀ ਸੀ ਉਹ ਨੱਚਣੋਂ ਹਟ ਗਿਆ, ਨੱਚਣੋਂ ਹਟ ਗਿਆ ਤੇ ਉਹਦੇ ਹਟਣ ਨਾਲ ਇਹ ਸਾਰਾ ਸੰਸਾਰ ਵੀ ਨੱਚਣੋਂ ਹਟ ਗਿਆ। ਅੱਛਾ, ਉਸ ਤੋਂ ਬਾਅਦ ਫਿਰ ਕਵੀ ਨੇ ਅੱਗੇ ਜਾ ਕੇ ਕੀ ਲਿਖਿਆ, ਕਵੀ ਨੇ ਗੁਰੂ ਜੀ ਤੋਂ ਸਰਸਵਤੀ ਨਦੀ ਦੀ ਮਹਿਮਾ ਇਸ ਤਰ੍ਹਾਂ ਮਾਂਕੜ ਮੁਨੀ ਦੀ ਕਹਾਣੀ ਸੁਣਵਾ ਕੇ ਕਰਵਾ ਦਿੱਤੀ ਤੇ ਗੁਰੂ ਜੀ ਨੂੰ ਸੰਗਤਾਂ ਸਮੇਤ ਸਰਸਵਤੀ ਨਦੀ ਵਿੱਚ ਇਸ਼ਨਾਨ ਵੀ ਕਰਵਾ ਦਿੱਤਾ। ਜਦੋਂ ਕਿ ਗੁਰਬਾਣੀ ਇਹ ਕਹਿੰਦੀ ਹੈ ਕਿ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥਾ। ਗੁਰੂ ਜੀ ਤੀਰਥਾਂ ਪਰ ਇਸ਼ਨਾਨ ਕਰਨ ਨਹੀਂ ਸੀ ਗਏ, ਸੁਖਣਾ ਸੁਖਣ ਨਹੀਂ ਸੀ ਗਏ ਕੋਈ ਉੱਥੇ ਜਾ ਕੇ ਇਸ਼ਨਾਨ ਕਰਕੇ, ਉਹ ਤਾਂ ਲੋਕਾਂ ਨੂੰ ਸਮਝਾਉਣ ਵਾਸਤੇ ਗਏ ਸਨ, ਕਿਉਂਕਿ ਤੀਰਥਾਂ 'ਤੇ ਲੋਕ ਬਹੁਤ ਇਕੱਠੇ ਹੁੰਦੇ ਹਨ। ਉਸ ਤੀਰਥ ਉੱਪਰ ਵੀ ਲੋਕ ਇਕੱਠੇ ਹੋਏ ਸਨ ਤੇ ਗੁਰੂ ਜੀ ਸਮਝਾਉਣ ਵਾਸਤੇ, ਉਹਨਾਂ ਨੂੰ ਸਤਿਨਾਮ ਦਾ ਉਪਦੇਸ਼ ਦੇਣ ਵਾਸਤੇ ਉਹਨਾਂ ਨੇ ਟੂਰ ਲਾਇਆ ਸੀ, ਕੋਈ ਤੀਰਥਾਂ ਦੇ ਇਸ਼ਨਾਨ ਕਰਨ ਵਾਸਤੇ ਨਹੀਂ ਸੀ ਲਾਇਆ। ਤੋ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰ ਨਰਥਾ, ਪੰਨਾ ਗੁਰੂ ਗ੍ਰੰਥ ਸਾਹਿਬ ਜੀ ਦਾ 1116 ਹੈ। ਸੋ ਲੱਗਦਾ ਹੈ ਕਿ ਕਵੀ ਨੂੰ ਗੁਰਬਾਣੀ ਦੀ ਕੋਈ ਸੂਝ ਨਹੀਂ ਜਾਪਦੀ, ਤੋ ਜੇ ਜਾਪਦੀ ਵੀ ਹੋਊਗੀ ਤਾਂ ਬ੍ਰਾਹਮਣਵਾਦ ਖਾ ਗਿਆ ਅਤੇ ਆਪਣੇ ਆਲੇ ਦੁਆਲੇ ਜੁੜੇ ਜਿਹੜੇ ਪੰਡਤ ਹੈ ਉਹਨਾਂ ਪੰਡਤਾਂ ਨੂੰ ਖੁਸ਼ ਕਰਨ ਲਈ ਹੀ ਤੀਰਥ ਇਸ਼ਨਾਨ ਕਰਨ ਅਤੇ ਪੰਡਤਾਂ ਨੂੰ ਦਾਨ ਦਸ਼ਣਾ ਦੇਣ ਦੀ ਕਹਾਣੀ ਵੀ ਘੜ ਦਿੱਤੀ ਹੈ। ਸੋ ਪੰਡਤਾਂ ਨੂੰ ਦਾਨ ਦਸ਼ਣਾ ਦੇਣ ਵੀ ਦਿੱਤੀ, ਦਵਾਈ ਗੁਰੂ ਜੀ ਕੋਲੋਂ, ਤੀਰਥ ਇਸ਼ਨਾਨ ਵੀ ਕਰਾਤਾ, ਸੰਗਤਾਂ ਨੂੰ ਵੀ ਉੱਥੇ ਨਹਾਤਾ। ਸਰਸਵਤੀ ਨਦੀ ਦੀ ਇਹ ਕਹਾਣੀ। ਹੁਣ ਕਵੀ ਸੰਤੋਖ ਸਿੰਘ ਨੇ ਜੋ ਲਿਖਿਆ ਇੱਥੇ 46ਵੇਂ ਬੰਦ ਵਿੱਚ ਲਿਖਿਆ, ਸੰਗਤ ਭਈ ਹਰਖ ਖੁਸ਼ ਹੋ ਗਈ, ਕਰ ਨਮੋ ਸਰਸਵਤੀ ਮੱਜੇ ਤੇ ਸਮੇਂ। ਮੱਜੇ ਦਾ ਮਤਲਬ ਮਜਨ ਕੀਤਾ, ਸਰਸਵਤੀ ਵਿੱਚ ਸੰਗਤ ਨੇ ਇਸ਼ਨਾਨ ਕਰ ਲਿਆ। ਇਹ ਕਹਾਣੀ ਸੁਣ ਕੇ ਸ਼੍ਰੀ ਗੁਰੂ ਅਮਰ ਕੀਨ ਇਸ਼ਨਾਨ ਅਖੇ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਉੱਥੇ ਇਸ਼ਨਾਨ ਕਰ ਲਿਆ, ਤੀਰਥ ਇਸ਼ਨਾਨ ਕਰ ਲਿਆ ਪਵਿੱਤਰ ਜਾਣ ਕੇ। ਮਿਲੇ ਵਿਪਰ ਤਿਨ ਕੀਨੋ ਦਾਨ, ਜਿਹੜੇ ਉੱਥੇ ਬ੍ਰਾਹਮਣ ਮਿਲੇ ਤੀਰਥ ਉੱਤੇ, ਉਹਨਾਂ ਬ੍ਰਾਹਮਣਾਂ ਨੂੰ, ਵਿਪਰਾਂ ਨੂੰ ਫਿਰ ਗੁਰੂ ਜੀ ਨੇ ਦਾਨ ਦਸ਼ਣਾ ਵੀ ਦਿੱਤੀ। ਇਹ ਕਵੀ ਇਹ ਗੁਰੂ ਜੀ ਦੇ ਪ੍ਰਥਾਏ ਇਹੋ ਜਿਹੀਆਂ ਗੱਲਾਂ ਲਿਖ ਰਿਹਾ ਹੈ। ਤੇ ਪਿਆਰਿਓ, ਦਸਮ ਗ੍ਰੰਥ ਵਿੱਚ ਵੀ ਇਹ ਜੋ ਕਹਾਣੀ ਆਉਂਦੀ ਹੈ, ਜਿੱਥੇ ਲਿਖਿਆ
ਕਿ ਮੁਰਪਿਤ ਪੂਰਬ ਕੀਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਹਾਨਾ। ਗੁਰੂਆਂ ਨੂੰ ਤੀਰਥਾਂ ਤੇ ਇਸ਼ਨਾਨ ਕਰਾਉਣਾ ਇਹ ਬ੍ਰਾਹਮਣਵਾਦ ਹੈ। ਸਿੱਖੀ ਵਿੱਚ ਬ੍ਰਾਹਮਣਵਾਦ ਵਾੜਨਾ ਹੈ। ਹਾਲਾਂਕਿ ਤੀਰਥਾਂ ਦਾ ਖੰਡਨ ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੀਤਾ ਗਿਆ। ਜਪਜੀ ਤੋਂ ਸ਼ੁਰੂ ਕਰ ਲਈਏ। ਸੋਚਾ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ, ਇਹ ਪੰਕਤੀ ਤੀਰਥਾਂ ਵਾਲੀ ਹੈ। ਪਰ ਇਹ ਹੱਥ ਪੈਰ ਤਨ ਦੇ, ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸੁਖੇ। ਸੋ ਇਹ ਜਿਹੜੀ ਪੌੜੀ ਹੈ ਇਹ ਵੀ ਤੀਰਥਾਂ ਦੇ ਖੰਡਨ ਵਾਲੀ ਹੈ। ਤੋ ਥਾਂ ਥਾਂ ਤੇ ਤੀਰਥਾਂ ਖੰਡਨ ਕੀਤਾ ਗਿਆ। ਤੀਰਥੀ ਨਹਾਵਾਂ ਜੇ ਤੇ ਸੁਭਾਵਾਂ, ਬਿਨ ਭਾਣੇ ਕਿ ਨਹਾਏ ਕਰੀ। ਇਹ ਵੀ ਜਪਜੀ ਸਾਹਿਬ। ਤੋ ਜਪਜੀ ਸਾਹਿਬ ਜਿਹਨੇ ਪੜ੍ਹਿਆ ਹੀ ਨਹੀਂ, ਐਂ ਲੱਗਦਾ ਵੀ ਕਵੀ ਨੇ ਕਦੇ ਜਪਜੀ ਸਾਹਿਬ ਦਾ ਭਾਵੇਂ ਟੀਕਾ ਕਰਤਾ, ਗਰਮ ਗੰਜਣੀ ਟੀਕਾ ਵੀ ਜਪਜੀ ਸਾਹਿਬ ਦਾ ਕੀਤਾ, ਪਰ ਕਵੀ ਇਹ ਕਿਉਂ ਗੁਰੂ ਜੀ ਕੋਲੋਂ ਇਸ਼ਨਾਨ ਕਰਵਾ ਰਿਹਾ ਹੈ, ਇਹ ਪਤਾ ਨਹੀਂ ਲੱਗਦਾ ਵੀ ਕਵੀ ਨੂੰ ਕੀ ਉੱਥੇ ਪੰਡਤਾਂ ਨੇ ਇਹਨੂੰ ਕਿਸ ਤਰ੍ਹਾਂ ਆਪਣੇ ਚੱਕਰ ਵਿੱਚ ਲੈ ਲਿਆ। ਇਹ ਸਭ ਕੁਝ ਭੁੱਲ ਗਿਆ। ਗਰਭਗੰਜ ਨੇ ਟੀਕਾ ਕੀਤਾ ਹੀ ਭੁੱਲ ਗਿਆ ਆਪਣਾ ਜਪਜੀ ਦਾ। ਪੜ੍ਹਿਆ ਹੋਊਗਾ ਜਪਜੀ ਵਿੱਚ, ਅਰਥ ਵੀ ਕੀਤੇ ਹੈ, ਤੇ ਉੱਥੇ ਉਹ ਸਾਰਾ ਕੁਝ ਭੁੱਲ ਭੁਲਾ ਕੇ ਗੁਰੂਆਂ ਨੂੰ ਫਿਰ ਇਹ ਤੀਰਥਾਂ ਦੇ ਇਸ਼ਨਾਨ ਕਰਾਉਣ ਤੁਰ ਪਿਆ। ਤੇ ਇਸ ਤਰ੍ਹਾਂ ਪਿਆਰਿਓ ਇਹ ਮਨਮਤਾਂ ਜਿਹੜੀਆਂ ਕਵੀ ਨੇ ਸੂਰਪੁਰਾ ਗ੍ਰੰਥ ਵਿੱਚ ਲਿਖੀਆਂ, ਭਾਵੇਂ ਕੋਈ ਕਹੇ ਕਿ 2 ਲੱਖ 2.5 ਲੱਖ ਅਗਰ ਸਿਫਤਾਂ ਕੀਤੀਆਂ ਗੁਰੂ ਪਾਤਸ਼ਾਹ ਦੀਆਂ, ਆਹ ਜਿਹੜੀਆਂ ਕਹਾਣੀਆਂ ਗੁਰੂ ਪਾਤਸ਼ਾਹ ਪ੍ਰਤੀ ਮਨਮਤੀ ਬ੍ਰਾਹਮਣਵਾਦੀ ਘੜ ਦਿੱਤੀਆਂ, ਇਹਨਾਂ ਦਾ ਕੋਈ ਲੇਖਾ ਨਹੀਂ ਕਰਦਾ, ਇਹਨਾਂ ਦਾ ਕੋਈ ਜ਼ਿਕਰ ਨਹੀਂ ਕਰਦਾ, ਸਿਫਤਾਂ ਦੀ ਗੱਲ ਕਰੀ ਜਾਂਦਾ। ਸੋ ਬੰਦੇ ਦੀਆਂ 1000 ਸਿਫਤਾਂ ਹੋਣ ਤੇ ਉਹ ਸਟੇਜ ਤੇ ਗੁਰੂ ਪਾਤਸ਼ਾਹ ਦੇ ਬਾਰੇ ਕੋਈ ਉਲਟ ਗੱਲ ਕਹਿ ਦੇਵੇ, ਉਹ ਸਿਫਤਾਂ ਕੀ ਮਾਇਨੇ ਰੱਖਦੀਆਂ ਉਸਦੀਆਂ। ਜਿਹੜਾ ਗੁਰੂ ਪਾਤਸ਼ਾਹ ਨੂੰ ਵੀ ਕੁਛ ਨਹੀਂ ਸਮਝਦਾ, ਉਹਦੇ ਗੁਰੂ ਪਾਤਸ਼ਾਹ ਦੇ ਖਿਲਾਫ ਵੀ ਉਹ ਬ੍ਰਾਹਮਣਵਾਦੀ ਗੱਲਾਂ ਜਿਹੜੀਆਂ ਕਰੀ ਜਾਂਦਾ, ਤੇ ਉਹ ਸਿਫਤਾਂ ਬੰਦੇ ਦੀਆਂ ਸਿਫਤਾਂ ਕਿਸ ਕੰਮ ਦੀਆਂ ਹੋਈਆਂ। ਤੇ ਇਸ ਕਰਕੇ ਪਿਆਰਿਓ ਇਹ ਚੀਜ਼ਾਂ ਜਿਹੜੀਆਂ ਹਨ ਇਹ ਧਿਆਨ ਵਿੱਚ ਲਿਆਂਦੀਆਂ ਜਾ ਰਹੀਆਂ ਹਨ ਕਿ ਸਾਡਾ ਇਤਿਹਾਸ ਜਿਹੜਾ ਹੈ ਉਹ ਕਿਸ ਤਰ੍ਹਾਂ ਵਿਗੜ ਚੁੱਕਾ ਹੈ, ਵਿਗਾੜਿਆ ਗਿਆ ਹੈ, ਬ੍ਰਾਹਮਣਵਾਦੀ ਰੰਗ ਵਿੱਚ ਕਿਵੇਂ ਰੰਗਿਆ ਗਿਆ ਹੈ। ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ। ਫਤਿਹ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ